ਮਹਿਲਾ ਕਮਿਸ਼ਨ ਨੂੰ ਰਿਪੋਰਟ ਆ ਗਈ ਹੈ ਡੀਸੀ ਦੇ ਵੱਲੋਂ, ਕਿਉਂਕਿ ਜਿਹੜਾ ਬਜ਼ੁਰਗ ਜੇ ਕਹੀਏ ਕਿ ਮਾਤਾ ਦੀ ਜਿਵੇਂ ਮੌਤ ਹੋਈ ਉਸ ਤੋਂ ਬਾਅਦ ਹਾਲਾਤ ਪੂਰੇ ਪੰਜਾਬ ਦੇ ਵਿੱਚ ਹੀ ਲੋਕਾਂ ਨੇ ਚਿੰਤਾ ਇਹਦੇ ਤੇ ਜਤਾਈ, ਤਾਂ ਮਹਿਲਾ ਕਮਿਸ਼ਨ ਨੇ ਵੀ ਅੱਗੇ ਵੱਧ ਕੇ ਕਾਰਵਾਈ ਕੀਤੀ। ਮਨੀਸ਼ਾ ਗੁਲਾਟੀ ਸਾਡੇ ਨਾਲ ਨੇ। ਰਿਪੋਰਟ ਦੇ ਵਿੱਚ ਕੀ ਕੁਛ ਹੈ, ਕਿਵੇਂ ਹੁਣ ਸਖਤ ਕਾਰਵਾਈਆਂ ਹੁੰਦੀਆਂ ਹੋਈਆਂ ਦਿਖਾਈ ਦੇਣਗੀਆਂ? ਕਿਉਂਕਿ ਉਸ ਤੋਂ ਬਾਅਦ ਪਰਿਵਾਰ ਵੀ ਜਦੋਂ ਸਾਹਮਣੇ ਆਇਆ ਸੀ ਉਹ ਕਹਿ ਰਹੇ ਸੀਗੇ, ਕਿਤੇ ਨਾ ਕਿਤੇ ਜਤਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਉਹਨਾਂ ਦੀ ਕੋਈ ਗਲਤੀ ਨਹੀਂ ਹੈਗੀ। ਮੈਡਮ ਪਹਿਲਾਂ ਤਾਂ ਹਾਲਾਂਕਿ ਤੁਹਾਡੇ ਵੱਲੋਂ ਪਹਿਲੇ ਦਿਨੋਂ ਇੱਕ ਸਖਤ ਕਾਰਵਾਈ ਦਾ ਰਵੱਈਆ ਰਿਹਾ ਪੂਰਾ, ਡੀਸੀ ਦੀ ਰਿਪੋਰਟ ਆਈ ਹੈ, ਕੀ ਕੁਝ ਹੁਣ ਕਾਰਵਾਈ ਅੱਗੇ ਵੱਧਦੀ ਹੋਈ ਦਿਖੇਗੀ? ਕਾਰਵਾਈ ਕੀ ਹੈ ਉਹਦੇ ਵਿੱਚ? ਥੈਂਕ ਯੂ। ਜਿਹੜੀ ਡਿਪਟੀ ਕਮਿਸ਼ਨਰ ਸਾਹਿਬ ਦੀ ਹੈ ਸਾਨੂੰ ਰਿਪੋਰਟ ਆਈ ਹੈ 10 ਪੇਜ ਦੀ, ਉਹਦੇ ਵਿੱਚ ਉਹਨਾਂ ਨੇ ਬਲਵਿੰਦਰ ਨੂੰ ਤਾਂ ਕੇਅਰ ਟੇਕਰ ਨੂੰ ਦੋਸ਼ੀ ਪਾਇਆ ਹੈ, ਰਾਜੇਸ਼ ਦਾਵੜਾ ਨੂੰ। ਬਲਵਿੰਦਰ ਨੇ ਪਹਿਲੇ ਤੇ ਜਦੋਂ ਆਪਾਂ ਇੱਥੇ ਪੇਸ਼ੀ ਲਗਾਈ ਸੀ, ਉਹਨਾਂ ਦੀ ਹੀਅਰਿੰਗ ਕੀਤੀ ਸੀ, ਤੇ ਸਾਨੂੰ ਗੁੰਮਰਾਹ ਕੀਤਾ, ਝੂਠ ਬੋਲਿਆ ਸਾਨੂੰ ਕਿ ਕੋਈ ਪ੍ਰਾਪਰਟੀ ਨਹੀਂ ਹੈ। ਬਸ ਇਹੋ ਕਹਿੰਦੇ ਸੀ ਕਿ ਇੱਕ ਪਲਾਟ ਹੈ। ਉਹ ਵੀ ਮੇਰੇ ਬਾਰ-ਬਾਰ ਪੁੱਛਣ ਤੇ ਕਿ ਕਿਆ ਪਲਾਟ ਨੂੰ ਸਰਕਾਰ ਟੇਕ ਓਵਰ ਕਰ ਲੇ, ਤੇ ਕੋਈ ਜਵਾਬ ਨਹੀਂ ਦਿੱਤਾ ਤੇ ਗੁੰਮਰਾਹ ਕੀਤਾ। ਜਿਹੜੀ ਹੁਣ ਰਿਪੋਰਟ ਆਈ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਇੱਕ ਮਕਾਨ ਸੀ ਜਿੰਦੇ 'ਚ ਮਾਤਾ ਜੀ ਰਹਿੰਦੇ ਸੀ, ਉਹ ਮਕਾਨ ਬਲਵਿੰਦਰ ਦੁਆਰਾ ਵੇਚ ਦਿੱਤਾ ਗਿਆ। ਉਹ ਵੀ ਵੇਚ ਦਿੱਤਾ ਗਿਆ, ਉਹ ਵੀ ਕਿਸ ਤਰ੍ਹਾਂ ਪਤਾ ਚੱਲਿਆ? ਥਰੂ ਬਲਵਿੰਦਰ ਨਹੀਂ ਪਤਾ ਚੱਲਿਆ, ਉਹ ਵੀ ਜਿਹਨੂੰ ਵੇਚਿਆ ਉਹਦੇ ਥਰੂ ਪਤਾ ਚੱਲਿਆ ਜਦੋਂ ਡਿਪਟੀ ਕਮਿਸ਼ਨਰ ਦੁਆਰਾ ਇਨਕੁਆਇਰੀ ਕੀਤੀ ਗਈ। ਦੂਸਰਾ, ਬਲਵਿੰਦਰ ਜਦੋਂ ਇੱਕ ਮਹੰਤ ਤੇ ਪੁਲਿਸ ਚੁੱਕ ਕੇ ਲੈ ਗਈ ਮਾਤਾ ਜੀ ਨੂੰ ਹਸਪੀਟਲ, ਇਹ ਮਾਤਾ ਜੀ ਨੂੰ ਹਸਪੀਟਲ ਤੋਂ ਵੀ ਵਾਪਸ ਚੁੱਕ ਕੇ ਲਿਆਇਆ, ਇਹਨੇ ਆਪਣਾ ਟ੍ਰੀਟਮੈਂਟ ਨਹੀਂ ਕਰਾਇਆ। ਹਸਪੀਟਲ ਨੇ ਵੀ ਮਾਤਾ ਜੀ ਨੂੰ ਭਗੌੜਾ ਕਰਾਰ ਦਿੱਤਾ ਹੈ ਔਰ ਇਹਨੂੰ ਬਾਅਦ ਵਿੱਚ ਲੱਭਦੇ ਰਹੇ, ਇਹਨੇ ਟ੍ਰੀਟਮੈਂਟ ਵੀ ਨਹੀਂ ਕਰਵਾਇਆ। ਕਿ ਪਹਿਲਾਂ ਵਿੱਚ ਤੁਹਾਨੂੰ ਰੋਕੂੰਗਾ ਕਿ ਭਗੌੜਾ ਕਰਾਰ ਦੇਣ ਦਾ ਕਾਰਨ ਇਹੀ ਸੀਗਾ ਕਿ ਬਲਵਿੰਦਰ ਸਿੰਘ ਉਹਨੂੰ ਲਿਆਇਆ ਸੀ ਘਰੇ, ਯਾਨੀ ਕਿ ਕਿਤੇ ਨਾ ਕਿਤੇ ਖਸਤਾ ਸੀ ਉਹਨੂੰ ਵੀ ਸਾਡੀਆਂ ਗੱਲਾਂ ਨਾ ਪਤਾ ਲੱਗ ਜਾਣ ਵੀ ਜਿਹੜਾ ਅਸੀਂ ਟ੍ਰੀਟਮੈਂਟ ਨਹੀਂ ਪਹਿਲਾਂ ਉਹਦਾ ਇਲਾਜ ਕਰ ਰਹੇ। ਬਿਲकुल ਕਿ ਲਾਪਰਵਾਹੀ ਸਾਹਮਣੇ ਆ ਜਾਏਗੀ, ਕਿਉਂਕਿ ਮੀਡੀਆ ਨੇ ਇਹ ਮਾਮਲਾ ਚੁੱਕਣਾ ਸ਼ੁਰੂ ਕਰਤਾ ਸੀ ਤੇ ਉਹ ਡਰ ਕੇ ਮਾਤਾ ਜੀ ਨੂੰ ਵੀ ਵਿਦਆਊਟ ਟ੍ਰੀਟਮੈਂਟ, ਜਦਕਿ ਡਾਕਟਰਾਂ ਨੇ ਕਿਹਾ ਕਿ ਟ੍ਰੀਟਮੈਂਟ ਦੀ ਸਖਤ ਜ਼ਰੂਰਤ ਸੀ ਮਾਤਾ ਜੀ ਨੂੰ, ਤੇ ਚੁੱਕ ਕੇ ਲੈ ਆਇਆ। ਤੇ ਬੜਾ ਹੀ ਨਿੰਦਨੀय ਹੈ ਕਿ ਇਹ ਸਭ ਕੀਤਾ ਡਾਕਟਰਾਂ ਨੇ, ਆਪਣੀ ਰਿਪੋਰਟ ਵਿੱਚ ਮਾਤਾ ਜੀ ਨੂੰ ਭਗੌੜਾ ਕਰਾਰ ਕਰਤਾ। ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਡਿਪਟੀ ਕਮਿਸ਼ਨਰ ਨੇ ਆਪਣੀ ਸਾਰੀ ਰਿਪੋਰਟ ਦੇ ਹਿਸਾਬ ਨਾਲ ਬਲਵਿੰਦਰ ਨੂੰ ਤੇ ਜਿਹੜਾ ਕੇਅਰ ਟੇਕਰ ਰਾਜੇਸ਼ ਦਾਵੜਾ ਹੈ ਉਹਨੂੰ ਦੋਸ਼ੀ ਪਾਇਆ ਕਿ ਇਹਨੇ 4000 ਰੁਪਏ ਤੇ ਮਾਤਾ ਜੀ ਦੀ ਦੇਖਭਾਲ ਲਈ ਬੰਦਾ ਰੱਖਿਆ ਹੋਇਆ ਸੀ, ਪਰ ਇਸ ਬੰਦੇ ਨੇ ਵੀ ਫਰਾਡ ਕੀਤਾ, ਪੂਰੀ ਦੇਖਭਾਲ ਨਹੀਂ ਕੀਤੀ। ਇਹਨੂੰ ਦੋਸ਼ੀ ਪਾਉਂਦੇ ਹੋਏ ਡਿਪਟੀ ਕਮਿਸ਼ਨਰ ਨੇ ਐਸਐਸਪੀ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਭੇਜ ਦਿੱਤਾ ਗਿਆ। ਹੁਣ ਮੈਡਮ ਜੇ ਕਹੀਏ ਕਿ ਜਿਹੜੀ ਪ੍ਰਾਪਰਟੀ ਨੂੰ ਲੈ ਕੇ ਬੇਸ਼ੱਕ ਤੁਹਾਨੂੰ ਵੀ ਗੁੰਮਰਾਹ ਕੀਤਾ ਇਹਨਾਂ ਨੇ, ਕਿਉਂਕਿ ਅਸੀਂ ਉਸ ਦਿਨ ਦੇਖ ਰਹੇ ਸੀ ਤੁਸੀਂ ਬੜੀ ਇਹਨਾਂ ਨੂੰ ਜਦੋਂ ਪੁੱਛਿਆ ਤੁਸੀਂ ਇਹਨਾਂ ਦੀ ਜੇ ਕੋਈ ਤੇ ਤਾੜਨਾ ਕੀਤੀ, ਤਾਂ ਉਹਦੇ ਬਾਵਜੂਦ ਜੇ ਇਹ ਤੱਥ ਸਾਹਮਣੇ ਨਹੀਂ ਰੱਖੇ ਹੈਗੇ ਤਾਂ ਪ੍ਰਾਪਰਟੀ ਨੂੰ ਲੈ ਕੇ ਵੀ ਹੁਣ ਯਾਨੀ ਕਿ ਰਿਕਵਰ ਕੀਤੀ ਜਾ ਸਕਦੀ ਹੈ। ਇਹ देखो मकान ते बेच ही चुके हैं, रिकवरी की फ्रॉड करके मकान ते बेच ही चुके हैं, कोई रिकवरी नहीं। ਇਹਦੇ ਵਿੱਚ ਉਹ ਤਾਂ ਜਿੰਨੂੰ ਇਹਨੇ ਵੇਚਿਆ ਉਹਨੇ ਸਾਹਮਣੇ ਆ ਕੇ ਰਿਪੋਰਟ ਵਿੱਚ ਬਿਆਨ ਦਿੱਤਾ ਹੋਏਗਾ, ਪਰ ਜੋ ਵੀ ਸੀਨੀਅਰ ਸਿਟੀਜ਼ਨ ਐਕਟ ਦੇ ਅਧੀਨ ਹੈ ਕਾਰਵਾਈ ਹੋਏਗੀ। ਕੇਅਰ ਟੇਕਰ ਉੱਤੇ ਵੀ ਬਲਵਿੰਦਰ ਉੱਤੇ ਵੀ ਦੋਵਾਂ ਨੂੰ ਪੂਰੀ 10 ਪੇਜ ਦੀ ਰਿਪੋਰਟ ਉਹਨਾਂ ਨੇ ਭੇਜੀ ਹੈ, ਦੋਸ਼ੀ ਪਾਇਆ, ਹਰ ਤੱਥ ਉਹਨਾਂ ਨੇ ਸਾਹਮਣੇ ਰੱਖਿਆ ਤੇ ਡਿਪਟੀ ਕਮਿਸ਼ਨਰ ਸਾਹਿਬ ਨੇ ਜੋ ਰਿਪੋਰਟ ਭੇਜੀ ਉਹਦੇ ਅਕੋਰਡਿੰਗ ਕਾਰਵਾਈ। ਮੈਮ ਇੱਕ ਚੀਜ਼ ਹੋਰ ਦੱਸ ਦਿਓ ਕਿ ਜਿਵੇਂ ਹੁਣ ਤੁਹਾਨੂੰ ਰਿਪੋਰਟ ਭੇਜਤੀ, ਹਾਲਾਂਕਿ ਡੀਸੀ ਨੇ ਐਸਐਸਪੀ ਨੂੰ ਲਿਖਤਾ ਹੈਗਾ ਪੂਰੀ ਰਿਪੋਰਟ ਦੇ ਕੇ, ਤੁਹਾਡੇ ਵੱਲੋਂ ਵੀ ਕੀ ਕੋਈ ਰਿਕਮੈਂਡੇਸ਼ਨ ਜਾਏਗੀ ਕੋਈ ਅਲੱਗ ਤੋਂ ਜੋੜਨ ਦੇ ਵਾਸਤੇ? ਕਿਉਂਕਿ ਮਾਮਲਾ ਜੇ ਤੁਹਾਡੇ ਕੋਲ ਆਇਆ ਸੀ, ਤੁਸੀਂ ਵੀ ਇੱਕ ਤਰ੍ਹਾਂ ਦਾ ਇਨਵੈਸਟੀਗੇਟ ਕਰਿਆ ਪੂਰੇ ਮਾਮਲੇ ਨੂੰ। ਨਹੀਂ, ਹੁਣ ਸਾਡੇ ਵੱਲੋਂ ਤੇ ਉਹਨਾਂ ਨੇ ਸਾਨੂੰ ਰਿਪੋਰਟ ਭੇਜੀ ਕਿ ਐਸਐਸਪੀ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਭੇਜਦੇ ਨੇ, ਕਾਨੂੰਨੀ ਕਾਰਵਾਈ ਐਫਆਈਆਰ ਦਰਜ ਹੋ ਜਾਏਗੀ, ਉਹ ਸਾਨੂੰ ਰਿਪੋਰਟ ਆ ਜਾਏਗੀ। ਮੈਮ ਇੱਕ ਚੀਜ਼ ਹੋਰ ਦੱਸੋ, ਅਸੀਂ ਵੀ ਜਦੋਂ ਉਹਨਾਂ ਨਾਲ ਬਾਹਰ ਗੱਲ ਕਰੀ ਸੀ ਉਸ ਦਿਨ, ਉਹਨਾਂ ਦਾ ਇੱਕ ਬੇਟਾ ਕਹਿ ਰਿਹਾ ਸੀਗਾ ਕਿ ਮੈਂ ਤਾਂ ਉਹ ਬਹੁਤ ਟਾਈਮ ਹੋ ਗਿਆ ਛੱਡ ਕੇ ਜਾ ਚੁੱਕਿਆ ਹੈਗਾ, ਮੈਨੂੰ ਘਰੋਂ ਕੱਢਤਾ ਸੀਗਾ। ਤੁਸੀਂ ਸਮਝਦੇ ਹੋ ਇਹੋ ਜਿਹੇ ਤੱਥ ਕਿਤੇ ਜਾਇਜ਼ ਠਹਿਰਾਏ ਜਾਂਦੇ ਨੇ ਕਿ ਆਖਰਕਾਰ ਜਦੋਂ ਇਹੋ ਜਿਹੇ ਬਜ਼ੁਰਗਾਂ ਦੇ ਹਾਲਾਤ ਬਣ ਜਾਂਦੇ ਨੇ ਕਿ ਕੋਈ ਦੁਬਾਰੇ ਉਹਨਾਂ ਨੂੰ ਪੁੱਛਣ ਵੀ ਨਾ ਜਾਵੇ? ਨਹੀਂ ਦੇਖੋ, ਇਹ ਤੇ ਮੈਂ ਬਾਰ-ਬਾਰ ਕਹਿੰਦੀ ਆ ਕਿ ਤੁਹਾਡੇ ਮਤਭੇਦ ਹੋ ਸਕਦੇ ਨੇ, ਮਨਭੇਦ ਨਾ ਕਰੋ। ਇਹਦੇ ਵਿੱਚ ਇੱਕ ਗੱਲ ਮੈਂ ਅੱਜ ਇਹ ਕਹਾਂਗੀ, ਇਹ ਮਾਤਾ ਜੀ ਦੇ ਮਾਮਲੇ ਤੋਂ ਅਲੱਗਾ ਹੋ ਕੇ ਕਹਿ ਰਹੀ ਹਾਂ ਕਿ ਸੋਸ਼ਲ ਮੈਸੇਜ ਹੈ ਸਾਰੇ ਪੇਰੈਂਟਸ ਲਈ। ਪੇਰੈਂਟਸ ਜਦੋਂ 2 3 4 ਬੱਚੇ ਹੁੰਦੇ ਨੇ ਨਾ, ਤੇ ਪੇਰੈਂਟਸ ਵੀ ਕਈ ਵਾਰੀ ਮੌਕੇ ਤੇ ਦੇਖਿਆ ਗਿਆ ਪਾਰਸ਼ਲ ਹੋ ਜਾਂਦੇ ਨੇ। ਵੱਡੇ ਬੇਟੇ ਨੂੰ ਜ਼ਿਆਦਾ ਇੰਪੋਰਟੈਂਸ, ਵਿੱਚੇ ਵਾਲੇ ਨੂੰ ਜ਼ਿਆਦਾ ਇੰਪੋਰਟੈਂਸ, ਛੋਟੇ ਨੂੰ ਜ਼ਿਆਦਾ ਇੰਪੋਰਟੈਂਸ, ਇੱਕ ਨੂੰ ਜ਼ਿਆਦਾ ਇੰਪੋਰਟੈਂਸ, ਕੁੜੀ ਨੂੰ ਜ਼ਿਆਦਾ ਇੰਪੋਰਟੈਂਸ। ਜਦੋਂ ਪੇਰੈਂਟਸ ਪਾਰਸ਼ਲ ਹੋ ਜਾਂਦੇ ਨੇ, ਉਹਦਾ ਕਿਤੇ ਨਾ ਕਿਤੇ ਖਮਿਆਜਾ ਗ੍ਰੈਂਡ ਚਿਲਡਰਨਸ ਨੂੰ ਵੀ ਭੁਗਤਣਾ ਪੈਂਦਾ ਹੈ, ਔਰ ਭਰਾਵਾਂ ਭੈਣਾਂ 'ਚ ਵੀ ਮਤਭੇਦ ਵੱਧ ਜਾਂਦੇ ਨੇ। ਤੇ ਪੇਰੈਂਟਸ ਨੂੰ ਇਹੋ ਮੈਸੇਜ ਦਾਂਗੇ, ਸਟਰੋਂਗ ਰਹੋ, ਜਾਂ ਤਾਂ ਇੰਨੇ ਕੁ ਸਟਰੋਂਗ ਹੋ ਜਾਓ, ਇੰਡੀਪੈਂਡੈਂਟ ਹੋ ਜਾਓ, ਇੱਦਾਂ ਦੀ ਨੌਬਤ ਨਾ ਆਏ, ਪਰ ਬੱਚਿਆਂ ਵਿੱਚ ਏਕਾ ਬਣਾ ਕੇ ਰੱਖੋ, ਸਭ ਨੂੰ ਇੱਕ ਬਰਾਬਰ ਸਮਝੋ। ਮੈਮ ਇੱਕ ਚੀਜ਼ ਹੋਰ ਹੈ ਕਿ ਸੈਂਟਰ ਗਵਰਨਮੈਂਟ ਵੱਲੋਂ ਵੀ ਨੰਬਰ ਜਾਰੀ ਕਰ ਦਿੱਤਾ ਗਿਆ, ਦੇਖਦੇ ਹੋ ਕਿ ਇਸ ਪੂਰੀ ਮੁਹਿੰਮ ਦੀ ਜਿੱਤ ਹੈਗੀ ਹੈ? ਇਹ ਪੂਰੀ ਪੰਜਾਬ ਦੀ ਮੀਡੀਆ ਦੀ ਜਿੱਤ ਹੈ, ਪੰਜਾਬ ਸਟੇਟ ਵਿਮਨ ਕਮਿਸ਼ਨ ਦੀ ਜਿੱਤ ਹੈ ਕਿ ਮੀਡੀਆ ਨੇ ਸਾਡੇ ਅੱਗੇ ਇਹ ਮੁੱਦਾ ਲਿਆਂਦਾ, ਸਾਨੂੰ ਅਵੇਅਰ ਕਰਾਇਆ। ਪੂਰੇ ਇੰਡੀਆ ਦੇ ਸੀਨੀਅਰ ਸਿਟੀਜ਼ਨ ਦੀ ਜਿੱਤ ਹੈ ਕਿ ਪਹਿਲੀ ਵਾਰੀ ਭਾਰਤ ਸਰਕਾਰ ਨੇ ਸੀਨੀਅਰ ਸਿਟੀਜ਼ਨ ਵਾਸਤੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ, ਜੋ ਕਿਤੇ ਨਾ ਕਿਤੇ ਮੀਲ ਦਾ ਪੱਥਰ ਸਾਬਤ ਹੋਏਗਾ ਸੀਨੀਅਰ ਸਿਟੀਜ਼ਨ ਲਈ, ਤੇ ਇਹ ਬਹੁਤ ਵੱਡੀ ਜਿੱਤ। ਇੱਕ ਲਾਸਟ ਮੈਂ ਇਹਨਾਂ ਦੱਸ ਦਿਓ, ਕਿਉਂਕਿ ਹਜੇ ਵੀ ਬਹੁਤ ਸਾਰੇ ਬਜ਼ੁਰਗ ਇਸ ਤਰ੍ਹਾਂ ਦੇ ਹੈਗੇ ਨੇ, ਕਿਉਂਕਿ ਜਦੋਂ ਇਹ ਮਾਮਲਾ ਆਇਆ ਸੀ ਉਸ ਤੋਂ ਬਾਅਦ ਕਈ ਮਾਮਲੇ ਹੋਰ ਆ ਗਏ ਸੀਗੇ ਸਾਹਮਣੇ ਉਦੋਂ ਬਾਅਦ ਚ, ਤਾਂ ਇਹਨਾਂ ਮਾਮਲਿਆਂ ਨੂੰ ਅੱਗੇ ਤੋਂ ਕਿਸ ਤਰ੍ਹਾਂ ਦੇ ਨਾਲ ਡੀਲ ਕੀਤਾ ਜਾਏਗਾ? ਤੇ ਦੂਸਰਾ, ਜਿਹੜੇ ਬਿਰਧ ਆਸ਼ਰਮਾਂ ਵਿੱਚ ਬੈਠੇ ਨੇ ਉੱਥੇ ਵੀ ਕਈ ਬਜ਼ੁਰਗਾਂ ਦੀ ਕਹਾਣੀ ਅਜੇ ਵੀ ਅਜਿਹੀ ਹੈਗੀ ਹੈ ਕਿ ਉਹਨਾਂ ਨੂੰ ਘੋਖਿਆ ਜਾਏਗਾ? ਦੇਖੋ, ਮੈਂ ਸਾਡਾ ਹੁਣ
ਅਨਲੌਕ 4 ਹੋਣ ਜਾ ਰਿਹਾ, ਆਪਾਂ ਧੀਰੇ ਧੀਰੇ ਆਪਾਂ ਹੁਣ ਫੀਲਡ ਵਿੱਚ ਨਿਕਲਾਂਗੇ। ਸਾਰੀ ਕਾਰਵਾਈ ਕਮਿਸ਼ਨ ਦੀ ਜਿਹੜੀ ਹੈ ਸਾਡੀ ਉਹ ਬੰਦ ਪਈ ਹੈ, ਸਾਰੇ ਕੇਸ ਫੀਲਡ ਵਿੱਚ ਹੀ ਭੇਜੇ ਜਾ ਰਹੇ ਨੇ ਤੇ ਆਪਾਂ ਇਨਸਪੈਕਸ਼ਨ ਕਰਾਂਗੇ। ਸਾਰੇ ਵਿਰਧ ਆਸ਼ਰਮਾਂ ਦੀ ਜਿੰਨੇ ਵੀ ਆਸ਼ਰਮ ਨੇ ਉਹਨਾਂ ਦੀ ਰਿਪੋਰਟ ਮੰਗਵਾਈ ਗਈ ਹੈ ਡਿਪਟੀ ਕਮਿਸ਼ਨਰ ਤੋਂ, ਜ਼ਰੂਰ ਜਾਂਚ ਪੜਤਾਲ ਹੋਏਗੀ। ਪੇਰੈਂਟਸ ਕਿਹੜੇ ਰਹਿ ਰਹੇ ਨੇ, ਉਹਨਾਂ ਦੇ ਬੱਚੇ ਕੌਣ ਨੇ, ਕੀ ਰੀਜ਼ਨ ਸੀ, ਪੂਰੀ ਥਰੋਲੀ ਜਾਂਚ ਪੜਤਾਲ ਹੋਏਗੀ ਔਰ ਜਿਹੜਾ ਵੀ ਦੋਸ਼ੀ ਪਾਇਆ ਗਿਆ ਕੜੀ ਕਾਰਵਾਈ ਹੋਏਗੀ। ਬਿਲਕੁਲ ਕਹਿ ਸਕਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਇਹ ਇੱਕ ਤਾੜਨਾ ਜਾਂ ਕਹੀਏ ਕਿ ਇੱਕ ਜਿਵੇਂ ਕਹਿੰਦੇ ਨੇ ਕਿ ਕੰਨ ਹੋਣਗੇ ਬਾਕੀ ਪਰਿਵਾਰਾਂ ਨੂੰ ਕਿ ਆਖਰਕਾਰ ਜੇਕਰ ਬਜ਼ੁਰਗਾਂ ਦੇ ਨਾਲ ਮਾੜੇ ਉਹ ਵਤੀਰੇ ਰੱਖਦੇ ਨੇ ਤਾਂ ਆਖਰਕਾਰ ਸਖਤ ਕਾਰਵਾਈਆਂ ਵੀ ਹੋਣਗੀਆਂ। ਇਸ ਮਾਮਲੇ ਦੇ ਵਿੱਚ ਹੁਣ ਕਹਿ ਸਕਦੇ ਹਾਂ ਕਿ ਆਖਰੀ ਪੜਾਅ ਦੇ ਵਿੱਚ ਪਹੁੰਚ ਚੁੱਕਿਆ ਕਿ ਮਾਮਲਾ ਦਰਜ ਹੋਏਗਾ, ਉਸ ਤੋਂ ਬਾਅਦ ਹਾਲਾਂਕਿ ਕਾਨੂੰਨੀ ਪ੍ਰਕਿਰਿਆ ਦੇ ਨਾਲ ਉਹਨਾਂ ਨੂੰ ਸਜ਼ਾ ਵੀ ਮਿਲੂ। ਪਰ ਸਮਾਜਿਕ ਜੇ ਕਹੀਏ ਕਿ ਸਾਡੀ ਜੋ ਜ਼ਿੰਮੇਵਾਰੀਆਂ ਨੇ ਕਾਨੂੰਨ ਤੋਂ ਪਰੇ ਹਟ ਕੇ ਕਿ ਆਖਰਕਾਰ ਉਹ ਸਾਨੂੰ ਹੁਣ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਦੇ ਨਾਲ ਨਿਭਾਉਣੀਆਂ ਨੇ, ਕਿਉਂਕਿ ਜੇਕਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ ਤਾਂ ਉਹਦੇ ਵਾਸਤੇ ਸਿਰਫ ਇੱਕ ਘਰ ਨਹੀਂ ਬਾਕੀ ਸਮਾਜ ਵੀ ਹੈ ਜਿਹੜਾ ਉਹ ਸ਼ਰਮਿੰਦਾ ਹੁੰਦਾ ਹੋਇਆ ਨਜ਼ਰ ਆਉਂਦਾ ਹੈ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮਿਤ ਸਿੰਘ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।